ਮੁਲਾਜ਼ਮ ਖਬਰ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਪ੍ਰੋਬੇਸ਼ਨ ਸਮੇਂ ਦੇ ਦੌਰਾਨ ਜਿਹੜੇ ਫਿਕਸਡ ਐਮੋਲੂਮੈਂਟਸ ਨੇ ਉਹ ਦਿੱਤੇ ਜਾਂਦੇ ਨੇ ਮੁਲਾਜ਼ਮਾਂ ਨੂੰ, ਤੇ ਜਿਹੜਾ ਹੋਰ ਵੀ ਕੋਈ ਫਾਈਨੈਂਸ਼ੀਅਲ ਬੈਨੀਫਿਟ ਹੈ ਉਸ ਟਾਈਮ ਪੀਰੀਅਡ ਦਾ ਉਹ ਨਹੀਂ ਦਿੱਤਾ ਜਾਂਦਾ ਮੁਲਾਜ਼ਮਾਂ ਨੂੰ। ਇਹ ਨੋਟੀਫਿਕੇਸ਼ਨ ਜਾਰੀ ਹੋਇਆ ਸੀ 15 ਜਨਵਰੀ 2015 ਨੂੰ, ਤੇ ਪਿਛਲੇ ਦਿਨੀ 16 ਫਰਵਰੀ ਨੂੰ ਹਾਈ ਕੋਰਟ ਦਾ ਇੱਕ ਫੈਸਲਾ ਨਿਕਲ ਕੇ ਸਾਹਮਣੇ ਆਇਆ ਹੈ, ਜਿਹਦੇ ਵਿੱਚ ਇਸ ਨੋਟੀਫਿਕੇਸ਼ਨ ਨੂੰ ਕੁਐਸ਼ ਕਰ ਦਿੱਤਾ ਗਿਆ। ਅੱਜ ਇਸ ਫੈਸਲੇ ਦੀ ਜੱਜਮੈਂਟ ਦੀ ਕਾਪੀ ਜਿਹੜੀ ਆ ਉਹ ਸਾਨੂੰ ਮਿਲ ਚੁੱਕੀ ਹੈ, ਤੇ ਉਸ ਸਾਰੀ ਜੱਜਮੈਂਟ ਨੂੰ ਦੇਖਣ ਤੋਂ ਬਾਅਦ ਅਸੀਂ ਇਹ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ। ਸਾਰਾ ਵਿਸ਼ਲੇਸ਼ਣ ਕਰਕੇ ਦੱਸਾਂਗੇ ਤੁਹਾਨੂੰ ਕਿ ਕਿਵੇਂ ਹਾਈ ਕੋਰਟ ਨੇ ਕਿਹੜਾ ਫੈਸਲਾ ਕੀਤਾ ਹੈ ਤੇ ਮੁਲਾਜ਼ਮਾਂ ਦੇ ਉੱਪਰ ਉਹ ਕਿਵੇਂ ਲਾਗੂ ਹੋਣ ਜਾ ਰਿਹਾ ਹੈ। ਪ੍ਰੋਬੇਸ਼ਨ ਪੀਰੀਅਡ ਦੇ ਸਮੇਂ ਦੇ ਦੌਰਾਨ ਦੇ ਜਿਹੜੇ ਫਾਇਦੇ ਨੇ ਉਹ ਮੁਲਾਜ਼ਮਾਂ ਨੂੰ ਕਿਵੇਂ ਮਿਲਣਗੇ। ਤਾਂ ਸਾਰੀ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕਨਫਿਊਜ਼ਨ ਜਿਹੜੀ ਆ ਉਹ ਤੁਹਾਡੇ ਮਨ ਦੇ ਵਿੱਚ ਨਾ ਰਹੇ। ਤਾਂ ਸਕਰੀਨ ਤੇ ਦੋਸਤੋ ਤੁਸੀਂ ਦੇਖ ਰਹੇ ਹੋ CWP 17064 ਹੈ ਜਿਹੜੀ 2017 ਦੀ। ਇਹ ਪਹਿਲੇ ਨੰਬਰ ਤੇ ਰੱਖਿਆ ਗਿਆ ਕੇਸ, ਤੇ ਇਸ ਜੱਜਮੈਂਟ ਦੇ ਵਿੱਚ ਕਾਫੀ ਸਾਰੀਆਂ ਪਟੀਸ਼ਨਸ ਨੇ ਜਿਹੜੀਆਂ ਉਹ ਕਲੱਬ ਕੀਤੀਆਂ ਗਈਆਂ ਨੇ। ਵੱਖੋ ਵੱਖਰੇ ਸਮੇਂ ਦੇ ਦੌਰਾਨ ਵੱਖੋ ਵੱਖਰੀਆਂ ਮੁਲਾਜ਼ਮ ਜਥੇਬੰਦੀਆਂ ਨੇ ਜਾਂ ਮੁਲਾਜ਼ਮਾਂ ਨੇ ਇਹ ਪਟੀਸ਼ਨਸ ਫਾਈਲ ਕੀਤੀਆਂ ਸੀ 15/1/2015 ਦੇ ਨੋਟੀਫਿਕੇਸ਼ਨ ਦੇ ਖਿਲਾਫ। ਇਹ ਸਾਰੀਆਂ ਪਟੀਸ਼ਨਸ ਜਿਹੜੀਆਂ ਨੇ ਉਹ ਕਲੱਬ ਕਰਕੇ ਇਕੱਠੀਆਂ ਕਰਕੇ ਇਹਨਾਂ ਦਾ ਫੈਸਲਾ ਸੁਣਾਇਆ ਗਿਆ ਹੈ ਹਾਈ ਕੋਰਟ ਵੱਲੋਂ। ਤੇ ਮੋٹے ਤੌਰ ਤੇ ਜੇ ਨਜ਼ਰ ਮਾਰਦੇ ਹਾਂ ਤਾਂ ਕੁੱਲ ਮਿਲਾ ਕੇ ਇਹ ਤਕਰੀਬਨ 102 ਪਟੀਸ਼ਨਸ ਨੇ ਜਿਹੜੀਆਂ ਹਾਈ ਕੋਰਟ ਨੇ ਕਲੱਬ ਕੀਤੀਆਂ ਤੇ ਇਹਨਾਂ ਦੇ ਉੱਪਰ ਫੈਸਲਾ ਸੁਣਾਇਆ। ਸਕਰੀਨ ਤੇ ਤੁਸੀਂ ਦੇਖ ਰਹੇ ਹੋ 102 ਟੋਟਲ ਪਟੀਸ਼ਨਸ ਨੇ। ਵੱਖੋ ਵੱਖਰੇ ਸਾਲਾਂ ਦੇ ਦੌਰਾਨ ਇਹ ਪਟੀਸ਼ਨਸ ਫਾਈਲ ਕੀਤੀਆਂ ਗਈਆਂ ਨੇ, ਪਰ ਕਿਉਂਕਿ ਇਹਨਾਂ ਦਾ ਵਿਸ਼ਾ ਇੱਕੋ ਹੀ ਸੀ ਤਾਂ ਇਹ ਹਾਈ ਕੋਰਟ ਨੇ ਕਲੱਬ ਕੀਤੀਆਂ ਤੇ ਇਕੱਠਾ ਫੈਸਲਾ ਇਹਨਾਂ ਸਾਰੀਆਂ ਪਟੀਸ਼ਨਸ ਦੇ ਉੱਪਰ 16 ਫਰਵਰੀ ਨੂੰ ਸੁਣਾਇਆ ਗਿਆ। ਹਾਈ ਕੋਰਟ ਦੀ ਡਬਲ ਬੈਂਚ ਵੱਲੋਂ ਦੋਸਤੋ ਇਹ ਫੈਸਲਾ ਸੁਣਾਇਆ ਗਿਆ ਹੈ। ਜਸਟਿਸ ਰਾਮਾਚੰਦਰਾ ਰਾਓ ਤੇ ਜਸਟਿਸ ਸੁਖਵਿੰਦਰ ਕੌਰ ਦੀ ਕੋਰਟ ਦੇ ਵਿੱਚ ਇਹ ਫੈਸਲਾ ਹੋਇਆ ਹੈ, ਤੇ 16 ਫਰਵਰੀ 2023 ਨੂੰ ਇਹ ਫੈਸਲਾ ਜਿਹੜਾ ਸੁਣਾਇਆ ਗਿਆ। ਤਾਂ ਇੱਥੇ ਦੋਸਤੋ ਪਹਿਲਾਂ ਦੱਸਿਆ ਗਿਆ ਹੈ ਕਿ ਕਿਹੜੇ ਨੋਟੀਫਿਕੇਸ਼ਨ ਨੇ ਪੰਜਾਬ ਸਰਕਾਰ ਦੇ ਜਿਨ੍ਹਾਂ ਨੂੰ ਇਹਨਾਂ ਪਟੀਸ਼ਨਸ ਦੇ ਵਿੱਚ ਚੈਲੰਜ ਕੀਤਾ ਗਿਆ। ਇੱਕ ਨੋਟੀਫਿਕੇਸ਼ਨ ਦੋਸਤੋ ਹੈਗਾ ਜਿਹੜਾ 15/1/2015 ਦਾ। ਦੂਸਰਾ ਜਿਹੜਾ ਨੋਟੀਫਿਕੇਸ਼ਨ ਹੈ ਉਹ 22 ਦਸੰਬਰ 2015 ਦਾ ਹੈ। ਕੁਝ ਸੋਧਾਂ ਕਰੀਆਂ ਗਈਆਂ ਸੀ 15/1/15 ਦੇ ਨੋਟੀਫਿਕੇਸ਼ਨ ਦੇ ਵਿੱਚ, ਤਾਂ ਇਹ 22 ਦਸੰਬਰ 2015 ਨੂੰ ਇੱਕ ਨੋਟੀਫਿਕੇਸ਼ਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀ। ਅਗਲਾ ਨੋਟੀਫਿਕੇਸ਼ਨ ਦੋਸਤੋ ਜਿਹੜਾ ਹੈਗਾ 5 ਸੈਪਟੈਂਬਰ 2016 ਦਾ, ਜਿਹਦੇ ਵਿੱਚ ਪੰਜਾਬ ਸਰਕਾਰ ਨੇ ਪ੍ਰੋਬੇਸ਼ਨ ਪੀਰੀਅਡ ਦੇ ਸਮੇਂ ਨੂੰ 2 ਸਾਲ ਤੋਂ ਵਧਾ ਕੇ 3 ਸਾਲ ਕੀਤਾ ਸੀ। ਤਾਂ ਇਹ 3 ਨੋਟੀਫਿਕੇਸ਼ਨ ਜਿਹੜੇ ਬੇਸਿਕਲੀ ਇਹ ਚੈਲੰਜ ਕੀਤੇ ਗਏ ਨੇ ਪਟੀਸ਼ਨਰਸ ਵੱਲੋਂ ਵੱਖੋ ਵੱਖਰੀਆਂ ਪਟੀਸ਼ਨਸ ਦੇ ਵਿੱਚ। ਤਾਂ ਇਸ ਦੇ ਵਿੱਚ ਇਹ ਪਟੀਸ਼ਨਸ ਦਾ ਹੀ ਦੱਸਿਆ ਗਿਆ ਦੋਸਤੋ ਬੇਸਿਕਲੀ ਕਿ ਕਿਹੜੀਆਂ ਪਟੀਸ਼ਨਸ ਦੇ ਵਿੱਚ ਕਿਹੜੇ ਨੋਟੀਫਿਕੇਸ਼ਨ ਨੇ ਜਿਹੜੇ ਉਹ ਚੈਲੰਜ ਕੀਤੇ ਗਏ ਨੇ। ਅੱਗੇ ਆ ਕੁਝ ਪਟੀਸ਼ਨਸ ਨੇ ਜਿਨ੍ਹਾਂ ਦੇ ਵਿੱਚ 15/1/2015 ਤੇ 5 ਸੈਪਟੈਂਬਰ 2016 ਵਾਲੇ 2 ਨੋਟੀਫਿਕੇਸ਼ਨ ਚੈਲੰਜ ਕੀਤੇ ਗਏ ਨੇ, ਤੇ ਆ ਕੁਝ ਪਟੀਸ਼ਨਸ ਨੇ ਜਿਨ੍ਹਾਂ ਦੇ ਵਿੱਚ 15/1/2015 ਦਾ ਹੀ ਨੋਟੀਫਿਕੇਸ਼ਨ ਜਿਹੜਾ ਚੈਲੰਜ ਕੀਤਾ ਗਿਆ। ਤੇ ਅੱਗੇ ਕੁਝ ਪਟੀਸ਼ਨਸ ਨੇ ਜਿਨ੍ਹਾਂ ਦੇ ਵਿੱਚ 15/1/2015 ਤੇ 22 ਦਸੰਬਰ 2015 ਦੇ ਨੋਟੀਫਿਕੇਸ਼ਨਸ ਚੈਲੰਜ ਕੀਤੇ ਗਏ ਨੇ। ਤੇ ਇੱਥੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਰਿਟ ਪਟੀਸ਼ਨ ਦੇ ਵਿੱਚ ਜਿਹੜੇ ਪਟੀਸ਼ਨਰਸ ਨੇ ਉਹ ਸਾਰੇ ਦੇ ਸਾਰੇ ਜਾਂ ਤਾਂ ਗਵਰਨਮੈਂਟ ਆਫ ਪੰਜਾਬ ਦੇ ਵੱਖੋ ਵੱਖਰੇ ਡਿਪਾਰਟਮੈਂਟਸ ਦੇ ਵਿੱਚ ਐਮਪਲੋਇਡ ਨੇ, ਜਾਂ ਫਿਰ ਏਡਡ ਪੋਸਟਾਂ ਦੇ ਉੱਪਰ ਇਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ ਨੇ ਅਪਾਇੰਟਡ ਨੇ। ਇਹ ਸਾਰੇ ਪਟੀਸ਼ਨਰਸ ਨੇ ਜਿਨ੍ਹਾਂ ਨੇ ਇਹ ਪਟੀਸ਼ਨਸ ਨੇ ਫਾਈਲ ਕੀਤੀਆਂ ਨੇ। ਇੱਥੇ ਅੱਗੇ ਦੋਸਤੋ ਬੈਕਗਰਾਉਂਡ ਫੈਕਟਸ ਦੱਸੇ ਗਏ ਨੇ ਕਿ 15/1/2015 ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਕੀ ਕਹਿੰਦਾ ਬੇਸਿਕਲੀ। ਤਾਂ ਇੱਥੇ ਮੋٹے ਜਿਹੇ ਤੌਰ ਤੇ ਜੇ ਆਪਾਂ ਗੱਲ ਕਰੀਏ ਤਾਂ 15/1/2015 ਦਾ ਨੋਟੀਫਿਕੇਸ਼ਨ ਬੇਸਿਕਲੀ ਇਹ ਗੱਲ ਕਹਿੰਦਾ ਹੈ ਕਿ ਜਿਹੜੇ ਵੀ EMPLOYEES ਗਵਰਨਮੈਂਟ ਦੇ ਰੈਗੂਲਰ ਤੌਰ ਤੇ ਅਪਾਇੰਟ ਹੁੰਦੇ ਨੇ ਉਹਨਾਂ ਨੂੰ ਫਿਕਸਡ ਐਮੋਲੂਮੈਂਟਸ ਨੇ ਜਿਹੜੇ ਉਹ ਦਿੱਤੇ ਜਾਣਗੇ, ਜਿਹੜੇ ਕਿ 92ਵੀਂ ਤਨਖਾਹ ਹੈ, ਬੇਸਿਕ ਪੇ ਜਿਹੜੀ ਆਪਾਂ ਕਹਿੰਦੇ ਆ ਉਹ ਦਿੱਤੀ ਜਾਊਗੀ। ਉਸ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਅਲਾਉਂਸਸ ਨਹੀਂ ਦਿੱਤੇ ਜਾਣਗੇ ਸਿਵਾਏ ਟਰੈਵਲ ਅਲਾਉਂਸ ਦੇ। ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਅਲਾਉਂਸ ਇਹਨਾਂ ਕਰਮਚਾਰੀਆਂ ਨੂੰ ਪ੍ਰੋਬੇਸ਼ਨ ਸਮੇਂ ਦੇ ਦੌਰਾਨ ਨਹੀਂ ਦਿੱਤਾ ਜਾਊਗਾ। ਇਹ ਗੱਲ ਕਰਦਾ ਹੈ 15/1/2015 ਦਾ ਨੋਟੀਫਿਕੇਸ਼ਨ। ਤੇ ਇੱਥੇ ਦੋਸਤੋ ਜ਼ਿਕਰ ਹੋਰ ਵੀ ਕੀਤਾ ਗਿਆ ਜਿਹੜੀ ਜੱਜਮੈਂਟ ਗੁਰਵਿੰਦਰ ਸਿੰਘ ਐਂਡ ਅਦਰਸ ਦੀ ਆਈ ਸੀ, ਉਹਦੇ ਵਿੱਚ ਰੈਫਰੈਂਸ ਲਿਆ ਗਿਆ ਸੀ ਰਾਜਸਥਾਨ ਦੀ ਹਾਈ ਕੋਰਟ ਦੀ ਇੱਕ ਜੱਜਮੈਂਟ ਦਾ, ਜਿਹਦੇ ਬੇਸਿਸ ਦੇ ਉੱਪਰ 15/1/2015 ਦਾ ਜਿਹੜਾ ਨੋਟੀਫਿਕੇਸ਼ਨ ਸੀ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਕੁਐਸ਼ ਕੀਤਾ ਗਿਆ ਸੀ ਗੁਰਵਿੰਦਰ ਸਿੰਘ ਐਂਡ ਅਦਰਸ ਦੇ ਕੇਸ ਦੇ ਵਿੱਚ। ਇੱਥੇ ਰੈਫਰੈਂਸ ਦੋਸਤੋ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਦਾ ਵੀ ਲਿਆ ਗਿਆ ਸੀ, ਜਿਹਦਾ ਵੇਰਵਾ ਇੱਥੇ ਦਿੱਤਾ ਗਿਆ ਹੈ। ਤਾਂ ਇਹਨਾਂ ਜੱਜਮੈਂਟਸ ਦੇ ਵਿੱਚ ਦੋਸਤੋ ਕੋਰਟਾਂ ਨੇ ਸਾਫ਼ ਕੀਤਾ ਸੀ ਕਿ
ਅਪਾਇੰਟਮੈਂਟ ਲੈਟਰਸ ਦੇ ਵਿੱਚ, ਅਪਾਇੰਟਮੈਂਟ ਆਰਡਰਸ ਦੇ ਵਿੱਚ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਿਲਕੁਲ ਨਹੀਂ ਹੋ ਸਕਦੀਆਂ ਤੇ ਇਹ ਜਿਹੜਾ ਨਾਜਾਇਜ਼ ਫਾਇਦਾ ਜਿਹੜਾ ਲਿਆ ਜਾਂਦਾ ਹੈ EMPLOYEES ਤੋਂ, ਇਹ ਬਿਲਕੁਲ ਗਲਤ ਹੈ। ਜਦੋਂ ਕਿ EMPLOYEE ਜਿਹੜਾ ਅਪਾਇੰਟ ਹੁੰਦਾ ਹੈ ਉਹਨੂੰ ਕਾਫੀ ਜ਼ਰੂਰਤ ਹੁੰਦੀ ਹੈ ਉਸ ਨੌਕਰੀ ਦੀ, ਤਾਂ ਉਹ ਕਿਸੇ ਵੀ ਤਰ੍ਹਾਂ ਦੇ ਅਪਾਇੰਟਮੈਂਟ ਲੈਟਰ ਦੇ ਉੱਪਰ ਸਾਈਨ ਕਰਨ ਨੂੰ ਮਜਬੂਰ ਹੁੰਦਾ ਹੈ। ਮੁਲਾਜ਼ਮਾਂ ਦੀ ਇਸ ਮਜਬੂਰੀ ਦਾ ਫਾਇਦਾ ਗਵਰਨਮੈਂਟ ਬਿਲਕੁਲ ਨਹੀਂ ਲੈ ਸਕਦੀ ਤੇ ਇਸੇ ਬੇਸਿਸ ਦੇ ਉੱਪਰ ਇਹ ਜਿਹੜੇ ਨੋਟੀਫਿਕੇਸ਼ਨਸ ਨੇ ਉਹ ਕੁਐਸ਼ ਕੀਤੇ ਗਏ ਸੀ। ਤਾਂ ਇਹਨਾਂ ਸਾਰੀਆਂ ਜਜਮੈਂਟਸ ਦੇ ਬੇਸ ਦੇ ਉੱਪਰ 15/1/2015 ਦਾ ਨੋਟੀਫਿਕੇਸ਼ਨ ਸੀ ਜਿਹੜਾ ਉਹ ਇਸ ਜਜਮੈਂਟ ਦੇ ਵਿੱਚ ਗੁਰਵਿੰਦਰ ਸਿੰਘ ਐਂਡ ਅਦਰਸ ਦੇ ਕੇਸ ਦੇ ਵਿੱਚ ਕੁਐਸ਼ ਕਰ ਦਿੱਤਾ ਗਿਆ ਸੀ। ਤੇ ਅੱਗੇ ਦੋਸਤੋ ਦੱਸਿਆ ਗਿਆ ਕਿ ਸੇਮ ਬੈਂਚ ਨੇ ਫੈਸਲਾ ਦਿੱਤਾ ਸੀ ਡਾਕਟਰ ਵਿਸ਼ਵਦੀਪ ਸਿੰਘ ਦੇ ਕੇਸ ਦੇ ਵਿੱਚ। ਇਸ ਦੇ ਵਿੱਚ ਵੀ 15/1/2015 ਦਾ ਜਿਹੜਾ ਨੋਟੀਫਿਕੇਸ਼ਨ ਹੈ ਇਹਨੂੰ ਕੁਐਸ਼ ਕੀਤਾ ਗਿਆ ਸੀ ਹਾਈ ਕੋਰਟ ਵੱਲੋਂ। ਤਾਂ ਇਹਨਾਂ ਦੋ ਕੇਸਾਂ ਦੇ ਵਿੱਚ ਮੋٹے ਤੌਰ ਤੇ 15/1/2015 ਦਾ ਨੋਟੀਫਿਕੇਸ਼ਨ ਹੈ ਜਿਹੜਾ ਉਹ ਆਲਰੇਡੀ ਕੈਂਸਲ ਕੀਤਾ ਜਾ ਚੁੱਕਿਆ ਹਾਈ ਕੋਰਟ ਵੱਲੋਂ। ਤੇ ਤੁਹਾਨੂੰ ਦੱਸ ਦਈਏ ਦੋਸਤੋ ਕਿ ਇਹ ਦੋਵੇਂ ਦੇ ਦੋਵੇਂ ਕੇਸਿਸ ਜਿਹੜੇ ਨੇ ਹਾਈ ਕੋਰਟ ਵੱਲੋਂ ਜਿਨ੍ਹਾਂ ਦਾ ਫੈਸਲਾ ਕੀਤਾ ਗਿਆ ਸੀ, ਇਹਨਾਂ ਦੋਹਾਂ ਕੇਸਾਂ ਦੀ ਅਪੀਲ ਹੈ ਜਿਹੜੀ ਉਹ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਫਾਈਲ ਕਰ ਚੁੱਕੀ ਹੈ ਤੇ ਇਹ ਦੋਵੇਂ ਕੇਸ ਹੁਣ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਨੇ। ਇਸ ਗੱਲ ਦਾ ਵੇਰਵਾ ਵੀ ਅੱਗੇ ਇਸ ਜਜਮੈਂਟ ਦੇ ਵਿੱਚ ਦਿੱਤਾ ਗਿਆ ਹੈ। ਇੱਥੇ ਦੋਸਤੋ ਦੱਸਿਆ ਗਿਆ ਹੈ ਕਿ ਜਿਹੜੇ ਦੋਵੇਂ ਕੇਸਿਸ ਨੇ ਗੁਰਵਿੰਦਰ ਸਿੰਘ ਐਂਡ ਅਦਰਸ ਤੇ ਡਾਕਟਰ ਵਿਸ਼ਵਦੀਪ ਸਿੰਘ ਐਂਡ ਅਦਰਸ ਵਾਲਾ, ਇਹ ਦੋਵੇਂ ਕੇਸਿਸ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤੇ ਗਏ ਨੇ ਪੰਜਾਬ ਸਰਕਾਰ ਵੱਲੋਂ। ਇਹ ਉਹਨਾਂ ਦੇ SLP ਨੰਬਰਸ ਨੇ ਜਿਹੜੇ 2020 ਦੇ ਵਿੱਚ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਫਾਈਲ ਕੀਤੀਆਂ ਸੀ SLP। ਪਰ ਇੱਕ ਗੱਲ ਤੁਹਾਨੂੰ ਹੋਰ ਵੀ ਦੱਸ ਦੇਣਾ ਚਾਹੁੰਦੇ ਹਾਂ ਦੋਸਤੋ, ਇੱਥੇ ਇਹ ਵੀ ਮੈਂਸ਼ਨ ਕੀਤਾ ਗਿਆ ਕਿ ਇਹਨਾਂ ਕੇਸਿਸ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਟੇ ਜਿਹੜੀ ਹੈ ਉਹ ਸੁਪਰੀਮ ਕੋਰਟ ਨੇ ਨਹੀਂ ਲਾਈ। ਤਾਂ ਇਹ ਕੇਸਿਸ ਦੀ ਇੰਪਲੀਮੈਂਟੇਸ਼ਨ ਦੇ ਉੱਪਰ ਕੋਈ ਸਟੇ ਸੁਪਰੀਮ ਕੋਰਟ ਵੱਲੋਂ ਨਹੀਂ ਲਾਈ ਗਈ। ਅੱਗੇ ਦੋਸਤੋ ਗੱਲ ਕੀਤੀ ਗਈ ਹੈ 22/12/2015 ਦੇ ਨੋਟੀਫਿਕੇਸ਼ਨ ਦੀ। ਪੰਜਾਬ ਸਰਕਾਰ ਦੇ ਇਸ ਨੋਟੀਫਿਕੇਸ਼ਨ ਨੂੰ ਵੀ ਹਾਈ ਕੋਰਟ ਦੇ ਵਿੱਚ ਕਾਫੀ ਸਾਰੀਆਂ ਰਿਟ ਪਟੀਸ਼ਨਸ ਦੇ ਵਿੱਚ ਚੈਲੰਜ ਕੀਤਾ ਗਿਆ ਹੈ। ਤਾਂ ਇਸ ਨੋਟੀਫਿਕੇਸ਼ਨ ਦੇ ਬਾਰੇ ਵੀ ਹਾਈ ਕੋਰਟ ਨੇ ਸਾਫ਼ ਕੀਤਾ ਹੈ ਆਪਣੀ ਇਸ ਜਜਮੈਂਟ ਦੇ ਵਿੱਚ ਕਿ ਇਸ ਨੋਟੀਫਿਕੇਸ਼ਨ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਗਈਆਂ ਨੇ ਉਹ ਕਿਤੇ ਨਾ ਕਿਤੇ 15/1/2015 ਦੇ ਨੋਟੀਫਿਕੇਸ਼ਨ ਦੀਆਂ ਗੱਲਾਂ ਨੂੰ ਹੀ ਦੂਸਰੇ ਤਰੀਕੇ ਦੇ ਨਾਲ ਲਾਗੂ ਕਰਨ ਦੀ ਜਿਹੜੀ ਗੱਲ ਹੈ ਉਹ ਕਰਦਾ ਇਹ ਨੋਟੀਫਿਕੇਸ਼ਨ। ਤਾਂ ਇਹਨਾਂ ਦੇ ਵਿੱਚ ਕੋਈ ਬਹੁਤਾ ਡਿਫਰੈਂਸ ਨਹੀਂ ਹੈਗਾ। ਤਾਂ ਇਸੇ ਕਰਕੇ ਪਟੀਸ਼ਨਰਸ ਨੇ ਇਸ ਨੋਟੀਫਿਕੇਸ਼ਨ ਨੂੰ ਵੀ ਕੁਐਸ਼ ਕਰਨ ਦੀ ਮੰਗ ਕੀਤੀ ਹੈ, ਕਿਉਂਕਿ ਜੇ 15/1/2015 ਦਾ ਨੋਟੀਫਿਕੇਸ਼ਨ ਕੁਐਸ਼ ਕੀਤਾ ਗਿਆ ਹਾਈ ਕੋਰਟ ਵੱਲੋਂ, ਤਾਂ ਜਿਹੜਾ ਸੋਧ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ 22/12/2015 ਵਾਲਾ, ਤਾਂ ਉਹ ਵੀ ਆਟੋਮੈਟਿਕਲੀ ਕੁਐਸ਼ ਕਰਨਾ ਬਣਦਾ ਹੈ। ਤੇ ਇੱਥੇ ਦੋਸਤੋ ਦੱਸਿਆ ਗਿਆ ਹੈ ਕਿ ਗੁਰਵਿੰਦਰ ਸਿੰਘ ਐਂਡ ਅਦਰਸ ਦਾ ਕੇਸ ਸੀ ਜਿਹੜਾ ਉਹਦੇ ਵਿੱਚ ਹਾਈ ਕੋਰਟ ਨੇ ਫੈਸਲਾ ਕੀਤਾ ਸੀ ਕਿ ਜਿਹੜੇ ਵੀ ਬੈਨੀਫਿਟਸ ਨੇ ਪ੍ਰੋਬੇਸ਼ਨ ਪੀਰੀਅਡ ਦੇ ਦੌਰਾਨ ਦੇ ਉਹ ਪਟੀਸ਼ਨਰਸ ਨੂੰ ਸਾਰੇ ਦਿੱਤੇ ਜਾਣ ਤੇ ਨੋਟੀਫਿਕੇਸ਼ਨ ਨੂੰ ਸਿਰੇ ਤੋਂ ਖਾਰਿਜ ਕੀਤਾ ਗਿਆ ਸੀ, ਕੁਐਸ਼ ਕਰ ਦਿੱਤਾ ਗਿਆ ਸੀ। ਪਰ ਜਿਹੜਾ ਡਾਕਟਰ ਵਿਸ਼ਵਦੀਪ ਸਿੰਘ ਐਂਡ ਅਦਰਸ ਦਾ ਕੇਸ ਹੈ ਉਹਦੇ ਵਿੱਚ ਹਾਈ ਕੋਰਟ ਨੇ 15/1/2015 ਦਾ ਨੋਟੀਫਿਕੇਸ਼ਨ ਜਿਹੜਾ ਉਹ ਕੁਐਸ਼ ਤਾਂ ਕੀਤਾ ਸੀ, ਪਰ ਜਿਹੜੇ ਬੈਨੀਫਿਟਸ ਨੇ ਉਹ ਇਸ ਕੇਸ ਦੀ ਜਜਮੈਂਟ ਤੋਂ ਦੇਣ ਦੀ ਗੱਲ ਕੀਤੀ ਸੀ। ਇਸ ਕੇਸ ਦੀ ਜਜਮੈਂਟ ਹੋਈ ਸੀ ਦੋਸਤੋ 26/10/2018 ਨੂੰ। ਪਰ ਇਸ ਕੇਸ ਦੇ ਪਟੀਸ਼ਨਰਸ ਨੇ, ਜਿਹੜੇ ਮੌਜੂਦਾ ਕੇਸ ਜਿਹਦੀ ਗੱਲ ਕਰ ਰਹੇ ਹਾਂ ਆਪਾਂ, ਉਹਦੇ ਵਿੱਚ ਪਟੀਸ਼ਨਰਸ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਜਿਹੜਾ ਗੁਰਵਿੰਦਰ ਸਿੰਘ ਐਂਡ ਅਦਰਸ ਦਾ ਕੇਸ ਹੈ ਇਹਨਾਂ ਦਾ ਸੇਮ ਰਿਲੀਫ ਸਾਨੂੰ ਦਿੱਤਾ ਜਾਵੇ, ਨਾ ਕਿ ਡਾਕਟਰ ਵਿਸ਼ਵਦੀਪ ਸਿੰਘ ਐਂਡ ਅਦਰਸ ਵਾਲਾ। ਤਾਂ ਕਹਿਣ ਦਾ ਭਾਵ 15/1/2015 ਦਾ ਨੋਟੀਫਿਕੇਸ਼ਨ ਜਿਹੜਾ ਹੈ ਉਹ ਸਿਰੇ ਤੋਂ ਹੀ ਖਾਰਜ ਕੀਤਾ ਜਾਵੇ ਤੇ ਬੈਨੀਫਿਟਸ ਨੇ ਜਿਹੜੇ ਉਹ ਮੁਲਾਜ਼ਮਾਂ ਨੂੰ ਉਦੋਂ ਤੋਂ ਹੀ ਦਿੱਤੇ ਜਾਣ ਜਿਵੇਂ ਕਿ ਇਹ ਨੋਟੀਫਿਕੇਸ਼ਨ ਐਗਜ਼ਿਸਟ ਹੀ ਨਹੀਂ ਕਰਦਾ ਸੀ। ਅੱਗੇ ਦੋਸਤੋ ਹਾਈ ਕੋਰਟ ਨੇ ਇਹ ਸਾਫ਼ ਕੀਤਾ ਹੈ ਕਿ ਜਿਹੜਾ 15/1/2015 ਦਾ ਨੋਟੀਫਿਕੇਸ਼ਨ ਹੈ ਜਦੋਂ ਉਹ ਕੁਐਸ਼ ਕਰ ਦਿੱਤਾ ਗਿਆ ਗੁਰਵਿੰਦਰ ਸਿੰਘ ਐਂਡ ਅਦਰਸ ਦੇ ਕੇਸ ਦੇ ਵਿੱਚ ਤੇ ਡਾਕਟਰ ਵਿਸ਼ਵਦੀਪ ਸਿੰਘ ਐਂਡ ਅਦਰਸ ਦੇ ਕੇਸ ਦੇ ਵਿੱਚ, ਕਿਉਂਕਿ ਇਹ ਨੋਟੀਫਿਕੇਸ਼ਨ ਕਿਤੇ ਨਾ ਕਿਤੇ ਕਨਸਟੀਟਿਊਸ਼ਨ ਦੇ ਆਰਟੀਕਲ ਨੰਬਰ 14 ਦੀ ਜਿਹੜੀ ਹੈ ਉਲੰਘਣਾ ਕਰਦਾ ਹੈ ਤੇ ਇਸ ਕਰਕੇ ਇਸ ਨੋਟੀਫਿਕੇਸ਼ਨ ਨੂੰ ਕੁਐਸ਼ ਕੀਤਾ ਜਾਂਦਾ ਹੈ ਜਿਵੇਂ ਕਿ ਇਹ ਕਦੇ ਇਸ਼ੂ ਹੀ ਨਹੀਂ ਕੀਤਾ ਗਿਆ ਸੀ। ਤੇ ਇਸ ਤੋਂ ਬਾਅਦ ਜਿਹੜੇ ਵੀ ਪਟੀਸ਼ਨਰਸ ਨੇ, ਇੱਥੇ ਦੋਸਤੋ ਗੌਰ ਕਰਨ ਦੀ ਗੱਲ ਹੈ, ਹਲੇ ਗੱਲ ਸਿਰਫ ਪਟੀਸ਼ਨਰਸ ਦੀ ਕੀਤੀ ਗਈ ਹੈ ਕਿ ਜਿਹੜੇ ਵੀ ਪਟੀਸ਼ਨਰਸ ਨੇ ਉਹ ਸਾਰੇ ਦੇ ਸਾਰੇ ਹੱਕਦਾਰ ਹੋਣਗੇ ਆਪਣੇ ਸਾਰੇ ਬੈਨੀਫਿਟਸ ਲੈਣ ਦੇ ਜਦੋਂ ਤੋਂ ਉਹਨਾਂ ਦੀ ਇਨੀਸ਼ੀਅਲ ਅਪਾਇੰਟਮੈਂਟ ਹੋਈ ਹੈ, ਨਾ ਕਿ ਕਿਸੇ ਬਾਅਦ ਦੀ ਡੇਟ ਤੋਂ। ਤੇ ਦੋਸਤੋ ਹਾਈ ਕੋਰਟ ਨੇ ਜਿਹੜਾ 22/12/2015 ਦਾ ਨੋਟੀਫਿਕੇਸ਼ਨ ਹੈ ਉਹਨੂੰ ਵੀ ਕੁਐਸ਼ ਕਰ ਦਿੱਤਾ ਇਸ ਜਜਮੈਂਟ ਦੇ ਵਿੱਚ, ਕਿਉਂਕਿ ਇਹ ਵੀ ਕਿਤੇ ਨਾ ਕਿਤੇ ਕੋਰਿਲੇਟ ਕਰਦਾ ਹੈ 15/1/2015 ਦੇ ਨੋਟੀਫਿਕੇਸ਼ਨ ਦੇ ਨਾਲ। ਤਾਂ ਜਦੋਂ ਉਹ ਨੋਟੀਫਿਕੇਸ਼ਨ ਕੈਂਸਲ ਕਰ ਦਿੱਤਾ ਗਿਆ ਹਾਈ ਕੋਰਟ ਵੱਲੋਂ, ਕੁਐਸ਼ ਕਰ ਦਿੱਤਾ ਗਿਆ, ਤਾਂ ਇਸ ਨੋਟੀਫਿਕੇਸ਼ਨ ਦੀ ਐਗਜ਼ਿਸਟੈਂਸ ਦਾ ਵੀ ਕੋਈ ਸਵਾਲ ਪੈਦਾ ਨਹੀਂ ਹੁੰਦਾ ਤੇ ਜਿੰਨੇ ਵੀ ਬਣਦੇ ਬੈਨੀਫਿਟਸ ਨੇ ਪਟੀਸ਼ਨਰਸ ਨੂੰ ਦਿੱਤੇ ਜਾਣਗੇ ਜਦੋਂ ਤੋਂ ਉਹਨਾਂ ਦੀ ਇਨੀਸ਼ੀਅਲ ਅਪਾਇੰਟਮੈਂਟ ਹੋਈ ਹੈ। ਇੱਥੇ ਦੋਸਤੋ ਹਾਈ ਕੋਰਟ ਨੇ ਅੱਗੇ ਇਹ ਕਮੈਂਟ ਵੀ ਕੀਤਾ ਹੈ ਕਿ ਜਿਹੜੇ ਇਹ ਪਟੀਸ਼ਨ ਦੇ ਫਾਇਦੇ ਨੇ ਉਹ ਸਿਰਫ ਪਟੀਸ਼ਨਰਸ ਨੂੰ ਹੀ ਦਿੱਤੇ ਜਾਣ,
ਜਾਂ ਫਿਰ ਸਾਰੇ ਦੇ ਸਾਰੇ ਗਵਰਨਮੈਂਟ EMPLOYEES ਜਿਨ੍ਹਾਂ ਦੇ ਉੱਪਰ ਇਹ ਕੰਡੀਸ਼ਨਸ ਲਾਗੂ ਹੋਈਆਂ ਸੀ 15/1/2015 ਵਾਲੀਆਂ, ਉਹਨਾਂ ਸਭ ਨੂੰ ਇਹ ਬੈਨੀਫਿਟਸ ਦਿੱਤੇ ਜਾਣ। ਇਹ ਵੀ ਇੱਕ ਕੁਐਸਚਨ ਅਰਾਈਜ਼ ਹੁੰਦਾ ਇੱਥੇ, ਪਰ ਹਾਈ ਕੋਰਟ ਨੇ ਫਿਲਹਾਲ ਇਹ ਫੈਸਲਾ ਜਿਹੜਾ ਹੈ ਉਹ ਪਟੀਸ਼ਨਰਸ ਵਾਸਤੇ ਦਿੱਤਾ ਹੈ। ਅੱਗੇ ਦੋਸਤੋ ਗੱਲ ਕੀਤੀ ਗਈ ਹੈ 5 ਸੈਪਟੈਂਬਰ 2016 ਦੇ ਨੋਟੀਫਿਕੇਸ਼ਨ ਦੀ, ਜਿਹਦੇ ਵਿੱਚ ਪੰਜਾਬ ਸਰਕਾਰ ਨੇ ਪ੍ਰੋਬੇਸ਼ਨ ਪੀਰੀਅਡ ਨੂੰ 2 ਸਾਲ ਤੋਂ ਵਧਾ ਕੇ 3 ਸਾਲ ਕਰ ਦਿੱਤਾ ਸੀ। ਇਸ ਨੋਟੀਫਿਕੇਸ਼ਨ ਨੂੰ ਵੀ ਕੁਝ ਪਟੀਸ਼ਨਸ ਦੇ ਵਿੱਚ ਚੈਲੰਜ ਕੀਤਾ ਗਿਆ ਹੈ। 2016 ਦਾ ਇਹ ਨੋਟੀਫਿਕੇਸ਼ਨ ਹੈ ਤੇ ਇਹਦੇ ਵਿੱਚ ਹਾਈ ਕੋਰਟ ਨੇ ਮੈਂਸ਼ਨ ਕੀਤਾ ਹੈ ਕਿ ਇਸ ਨੋਟੀਫਿਕੇਸ਼ਨ ਦੇ ਬਾਰੇ ਕੋਈ ਪ੍ਰੋਪਰ ਪਲੀਡਿੰਗਸ ਨੇ ਜਿਹੜੀਆਂ ਉਹ ਉਹਨਾਂ ਨੂੰ ਨਹੀਂ ਮਿਲੀਆਂ ਕਿਸੇ ਕੇਸ ਦੇ ਵਿੱਚ, ਤਾਂ ਇਹ ਨੋਟੀਫਿਕੇਸ਼ਨ ਦੇ ਉੱਪਰ ਜਿਹੜਾ ਫੈਸਲਾ ਹੈ ਉਹ ਓਪਨ ਰੱਖਦੇ ਨੇ ਕੰਸੀਡਰੇਸ਼ਨ ਵਾਸਤੇ। ਕਿਸੇ ਨਾ ਕਿਸੇ ਹੋਰ ਕੇਸ ਦੇ ਵਿੱਚ ਕੋਈ ਐਪਰੋਪ੍ਰੀਏਟ ਕੇਸ ਆਊਗਾ ਜਿਹਦੇ ਵਿੱਚ ਇਹਦੀਆਂ ਸਹੀ ਤਰ੍ਹਾਂ ਦੀਆਂ ਪਲੀਡਿੰਗਸ ਹੋਣਗੀਆਂ ਤੇ ਹਾਈ ਕੋਰਟ ਇਹਨੂੰ ਕਲੈਰਿਟੀ ਦੇ ਨਾਲ ਕੰਸੀਡਰ ਕਰ ਸਕੂਗਾ। ਉਸ ਕੇਸ ਦੇ ਵਿੱਚ ਇਸ ਨੋਟੀਫਿਕੇਸ਼ਨ ਦੇ ਉੱਪਰ ਵੀ ਫੈਸਲਾ ਕੀਤਾ ਜਾਊਗਾ, ਜਿਹੜਾ ਕਿ ਪ੍ਰੋਬੇਸ਼ਨ ਪੀਰੀਅਡ ਨੂੰ 2 ਸਾਲ ਤੋਂ ਵਧਾ ਕੇ 3 ਸਾਲ ਕਰਨ ਦੀ ਗੱਲ ਕਰਦਾ ਹੈ। ਤੇ ਇੱਥੇ ਦੋਸਤੋ ਫਾਈਨਲ ਵਰਡਿਕਟ ਕੋਰਟ ਨੇ ਸੁਣਾ ਦਿੱਤਾ ਆਪਣਾ ਕਿ 15/1/2015 ਦਾ ਤੇ 22/12/2015 ਦਾ ਇਹ ਦੋਵੇਂ ਦੇ ਦੋਵੇਂ ਨੋਟੀਫਿਕੇਸ਼ਨ ਜਿਹੜੇ ਨੇ ਉਹ ਕੁਐਸ਼ ਕੀਤੇ ਜਾਂਦੇ ਨੇ। ਤਾਂ ਹੁਣ ਜਿਹੜੇ ਫਾਇਦੇ ਨੇ, ਇਹ ਜਿਹੜੇ ਫੁੱਲ ਪੇ ਹੈ ਜਿਹੜੀ ਉਹ ਪ੍ਰੋਬੇਸ਼ਨ ਪੀਰੀਅਡ ਦੇ ਦੌਰਾਨ ਇਹ ਪਟੀਸ਼ਨਰਸ ਨੂੰ ਦਿੱਤੀ ਜਾਊਗੀ, ਤੇ ਜਿੰਨੇ ਵੀ ਫਾਈਨੈਂਸ਼ੀਅਲ ਬੈਨੀਫਿਟਸ ਨੇ, ਤਾਂ ਫਾਈਨੈਂਸ਼ੀਅਲ ਬੈਨੀਫਿਟਸ ਦੇ ਵਿੱਚ ਦੋਸਤੋ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪ੍ਰੋਬੇਸ਼ਨ ਪੀਰੀਅਡ ਦੇ ਸਮੇਂ ਦੇ ਦੌਰਾਨ ਜਿਹੜੇ ਇੰਕਰੀਮੈਂਟ ਬਣਦੇ ਸੀ ਇਹਨਾਂ ਪਟੀਸ਼ਨਰਸ ਨੇ, ਉਹ ਵੀ ਇਹਨਾਂ ਪਟੀਸ਼ਨਰਸ ਨੂੰ ਦਿੱਤੇ ਜਾਣਗੇ। ਤੇ ਅੱਗੇ ਇਹ ਵੀ ਮੈਂਸ਼ਨ ਕੀਤਾ ਗਿਆ ਹੈ ਕਿ ਇਹਨਾਂ ਅਪਾਇੰਟਮੈਂਟ ਲੈਟਰਸ ਦੇ ਵਿੱਚ ਇਹਨਾਂ ਦੋਵਾਂ ਨੋਟੀਫਿਕੇਸ਼ਨ ਦੇ ਬੇਸ ਤੇ ਜੇ ਕੋਈ ਵੀ ਕੰਡੀਸ਼ਨ ਰੱਖੀ ਗਈ ਸੀ ਉਹ ਸਾਰੀਆਂ ਵੀ ਕੁਐਸ਼ ਕੀਤੀਆਂ ਜਾਂਦੀਆਂ ਨੇ। ਉਹ ਸਾਰੀ ਕੰਡੀਸ਼ਨ ਹੈ ਜਿਹੜੀ ਉਹ ਇਹਨਾਂ ਦੇ ਉੱਪਰ ਲਾਗੂ ਨਹੀਂ ਹੋਊਗੀ। ਤੇ ਜਿਹੜੇ ਰਿਸਪੋਂਡੈਂਟਸ ਨੇ ਜੋ ਕਿ ਪੰਜਾਬ ਗਵਰਨਮੈਂਟ ਹੈ, ਉਹਨਾਂ ਨੂੰ ਇਹ ਡਾਇਰੈਕਸ਼ਨ ਦਿੱਤੀਆਂ ਗਈਆਂ ਨੇ ਕਿ ਪਟੀਸ਼ਨਰਸ ਨੂੰ ਇਹਨਾਂ ਕੇਸਿਸ ਦਾ ਜਿਹੜਾ ਫਾਇਦਾ ਹੈ, ਇਹਨਾਂ ਦਾ ਜਿਹੜਾ ਬੈਨੀਫਿਟਸ ਨੇ, ਸਾਰੇ ਅਲਾਉਂਸਸ ਨੇ, ਐਮੋਲੂਮੈਂਟਸ ਨੇ, ਉਹਨਾਂ ਦੀ ਇਨੀਸ਼ੀਅਲ ਅਪਾਇੰਟਮੈਂਟ ਦੀ ਡੇਟ ਤੋਂ ਦਿੱਤੇ ਜਾਣ ਤੇ ਇਸ ਕੇਸ ਦੀ ਜੱਜਮੈਂਟ ਤੋਂ 3 ਮਹੀਨੇ ਦੇ ਅੰਦਰ ਅੰਦਰ ਇਹ ਸਾਰੇ ਜਿਹੜੇ ਫਾਇਦੇ ਨੇ ਪੰਜਾਬ ਸਰਕਾਰ ਨੂੰ ਸਾਫ਼ ਡਾਇਰੈਕਸ਼ਨਸ ਇਹਦੇ ਬਾਰੇ ਜਾਰੀ ਕੀਤੀਆਂ ਗਈਆਂ ਨੇ ਹਾਈ ਕੋਰਟ ਵੱਲੋਂ ਕਿ 3 ਮਹੀਨੇ ਦੇ ਅੰਦਰ ਅੰਦਰ ਇਹਨਾਂ ਪਟੀਸ਼ਨਰਸ ਨੂੰ ਇਹ ਸਾਰੇ ਬਣਦੇ ਬੈਨੀਫਿਟਸ ਵਿਦ ਏਰੀਅਰਸ ਦਿੱਤੇ ਜਾਣ। ਤੇ ਅੱਗੇ ਪੰਜਾਬ ਸਰਕਾਰ ਨੂੰ ਇਹ ਵੀ ਸਾਰੀਆਂ ਡਾਇਰੈਕਸ਼ਨਸ ਸਾਫ਼ ਦਿੱਤੀਆਂ ਗਈਆਂ ਨੇ ਕਿ ਇਹਨਾਂ ਪਟੀਸ਼ਨਰਸ ਨੇ ਜਿੰਨਾ ਵੀ ਟਾਈਮ ਪ੍ਰੋਬੇਸ਼ਨ ਪੀਰੀਅਡ ਦੇ ਵਿੱਚ ਲੰਘਾਇਆ ਹੈ, ਉਸ ਸਾਰੇ ਟਾਈਮ ਨੂੰ ਲੈਂਥ ਆਫ ਸਰਵਿਸ ਡਿਟਰਮਿਨ ਕਰਨ ਵੇਲੇ ਵਿੱਚ ਕੈਲਕੂਲੇਟ ਕਰਨਾ ਹੈ। ਤਾਂ ਇਹ ਸੀ ਦੋਸਤੋ ਫੈਸਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਪ੍ਰੋਬੇਸ਼ਨ ਪੀਰੀਅਡ ਦੇ ਬਾਰੇ। ਇੱਥੇ ਮੋਟੀ ਜੀ ਤੁਹਾਨੂੰ ਗੱਲ ਦੱਸ ਦਿੰਨੇ ਆ, ਸਾਰਾ ਨਟਸ਼ੈਲ ਦੇ ਵਿੱਚ ਇਹ ਫੈਸਲਾ ਕੀ ਹੈ ਕਿ 15/1/2015 ਦਾ ਤੇ 22/12/2015 ਦਾ ਇਹ ਦੋਵੇਂ ਨੋਟੀਫਿਕੇਸ਼ਨ ਹਾਈ ਕੋਰਟ ਵੱਲੋਂ ਕੁਐਸ਼ ਕੀਤੇ ਗਏ ਨੇ। ਪ੍ਰੋਬੇਸ਼ਨ ਸਮੇਂ ਦੇ ਦੌਰਾਨ ਫੁੱਲ ਸੈਲਰੀ ਮਿਲੂਗੀ ਇਹਨਾਂ ਸਾਰੇ ਪਟੀਸ਼ਨਰਸ ਨੂੰ, ਸਾਰੇ ਅਲਾਉਂਸਸ ਮਿਲਣਗੇ, ਉਹਦੇ ਸਾਰੇ ਏਰੀਅਰਸ ਮਿਲਣਗੇ ਤੇ ਪ੍ਰੋਬੇਸ਼ਨ ਸਮੇਂ ਦੇ ਦੌਰਾਨ ਦੇ ਜਿਹੜੇ ਵੀ ਇੰਕਰੀਮੈਂਟ ਬਣਦੇ ਨੇ ਉਹ ਸਾਰੇ ਕੈਲਕੂਲੇਟ ਹੋਣਗੇ ਉਹਨਾਂ ਦੀ ਹੁਣ ਤੱਕ ਦੀ ਸਰਵਿਸ ਦੇ ਵਿੱਚ, ਤਾਂ ਉਹ ਸਾਰੇ ਏਰੀਅਰਸ ਮਿਲਣਗੇ ਤੇ ਇਹ ਸਾਰੇ ਫਾਈਨੈਂਸ਼ੀਅਲ ਬੈਨੀਫਿਟਸ ਜਿਹੜੇ ਨੇ ਉਹ ਇਸ ਕੇਸ ਦੀ ਜੱਜਮੈਂਟ ਜਿਹੜੀ ਕਿ 16 ਫਰਵਰੀ ਨੂੰ ਆਈ ਹੈ, ਉਸ ਤੋਂ 3 ਮਹੀਨੇ ਦੇ ਅੰਦਰ ਅੰਦਰ ਪੰਜਾਬ ਸਰਕਾਰ ਨੇ ਇਹਨਾਂ ਸਾਰੇ ਪਟੀਸ਼ਨਰਸ ਨੂੰ ਇਹ ਬੈਨੀਫਿਟ ਦੇਣੇ ਨੇ। ਹੁਣ ਅੱਗੇ ਪੰਜਾਬ ਸਰਕਾਰ ਦਾ ਕੀ ਕਦਮ ਰਹਿੰਦਾ ਹੈ ਕਿ ਉਹ ਇਹਨਾਂ 3 ਮਹੀਨਿਆਂ ਦੇ ਅੰਦਰ ਅੰਦਰ ਸੁਪਰੀਮ ਕੋਰਟ ਦਾ ਰੁਖ ਕਰਦੀ ਹੈ ਜਾਂ ਇਹ ਸਾਰੇ ਬੈਨੀਫਿਟਸ ਜਿਹੜੇ ਨੇ ਉਹ ਮੁਲਾਜ਼ਮਾਂ ਨੂੰ ਦਿੰਦੀ ਹੈ, ਇਹਨਾਂ ਪਟੀਸ਼ਨਰਸ ਨੂੰ ਦਿੰਦੀ ਹੈ, ਉਹ ਦੇਖਣ ਵਾਲੀ ਗੱਲ ਹੋਊਗੀ। ਤੇ ਅੱਗੇ ਵੱਡਾ ਸਵਾਲ ਇਹ ਵੀ ਉੱਠਦਾ ਹੈ ਜਿਹੜਾ ਕਿ ਹਾਈ ਕੋਰਟ ਨੇ ਵੀ ਗੱਲ ਕਰੀ ਹੈ ਕਿ ਜਿਹੜੇ ਇਹ ਸਾਰੇ ਬੈਨੀਫਿਟਸ ਨੇ ਇਹ ਸਿਰਫ ਪਟੀਸ਼ਨਰ ਤੱਕ ਹੀ ਸੀਮਿਤ ਰੱਖੇ ਜਾਂਦੇ ਨੇ ਜਾਂ ਸਾਰੇ ਗਵਰਨਮੈਂਟ EMPLOYEES ਜਿਹੜੇ ਨੇ ਜਿਨ੍ਹਾਂ ਨੇ ਵੀ ਪ੍ਰੋਬੇਸ਼ਨ ਪੀਰੀਅਡ ਦੇ ਸਮੇਂ ਦੇ ਦੌਰਾਨ ਫਿਕਸ ਸੈਲਰੀ ਲਈ ਹੈ, ਬੇਸਿਕ ਸੈਲਰੀ ਲਈ ਹੈ, ਉਹਨਾਂ ਸਾਰਿਆਂ ਨੂੰ ਵੀ ਇਹ ਬੈਨੀਫਿਟ ਦਿੱਤੇ ਜਾਣਗੇ। ਕਿਉਂਕਿ ਜੇ ਉਹ ਬੈਨੀਫਿਟ ਇਹਨਾਂ ਸਾਰੇ ਮੁਲਾਜ਼ਮਾਂ ਨੂੰ ਨਹੀਂ ਦਿੱਤੇ ਜਾਂਦੇ ਤਾਂ ਇਹ ਸਾਰੇ ਮੁਲਾਜ਼ਮ ਜਿਹੜੇ ਬਾਕੀ ਰਹਿੰਦੇ ਨੇ ਉਹ ਵੀ ਹਾਈ ਕੋਰਟ ਦਾ ਰੁਖ ਕਰਨਗੇ ਤੇ ਹਾਈ ਕੋਰਟ ਦੇ ਵਿੱਚ ਸਿਮਿਲਰ ਪਟੀਸ਼ਨਸ ਫਾਈਲ ਹੋਣਗੀਆਂ। ਤਾਂ ਦੋਸਤੋ ਉਮੀਦ ਕਰਦੇ ਹਾਂ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਜ਼ਰੂਰ ਵਧੀਆ ਲੱਗੀ ਹੋਊਗੀ। ਇਸ ਚੈਨਲ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਸੁਜੈਸ਼ਨਸ ਹੋਣ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਮੈਂਸ਼ਨ ਕਰਿਆ ਕਰੋ ਤਾਂ ਕਿ ਸਾਨੂੰ ਸੇਧ ਮਿਲਦੀ ਰਹੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਅਸੀਂ ਉਹਨਾਂ ਸੁਜੈਸ਼ਨਸ ਨੂੰ ਲਾਗੂ ਕਰ ਸਕੀਏ ਤੇ ਤੁਹਾਡੇ ਸੁਜੈਸ਼ਨਸ ਦੇ ਅਕੋਰਡਿੰਗ ਅਸੀਂ ਵੀਡੀਓਜ਼ ਲੈ ਕੇ ਆ ਸਕੀਏ ਤੁਹਾਡੇ ਫਾਇਦੇ ਵਾਸਤੇ, ਤੁਹਾਡੀ ਜਾਣਕਾਰੀ ਵਾਸਤੇ। ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਜਿੰਨੇ ਵੀ ਇਸ਼ੂਜ਼ ਨੇ, ਜਿਹੜੇ ਵੀ ਨੋਟੀਫਿਕੇਸ਼ਨਸ ਨੇ, ਕੋਈ ਵੀ ਲੈਟਰ ਹੈ ਪੰਜਾਬ ਸਰਕਾਰ ਦਾ, ਉਹ ਜਾਣਕਾਰੀ ਇਸ ਚੈਨਲ ਦੇ ਉੱਪਰ ਅਸੀਂ ਲੈ ਕੇ ਆਉਂਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਮੁਲਾਜ਼ਮ ਖਬਰ ਦੇ ਨਾਲ। ਜਿਨ੍ਹਾਂ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓਜ਼ ਜੇ ਚੰਗੀਆਂ ਲੱਗਦੀਆਂ ਹੋਣ ਲਾਈਕ ਦਾ ਬਟਨ ਦੱਬ ਕੇ ਸਾਡਾ ਹੌਸਲਾ ਜ਼ਰੂਰ ਵਧਾਇਆ ਕਰੋ। ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ।